छोड़ी तिन्ने पाए नानके की बाहरी होर दूजी नाही जाए। सो करे जित सैर जाए जाए शुद्ध वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी की फतेह वाहिगुरु जी की फतेह वाहिगुरु जी की फतेह। बड़ी वडेकियां वडियाइयां किछ कहना कहन ना जाए। सो करता कादर करीम दे जियां रिजक संभाए। साई कर कमावनी तुर छोड़ी तने पाए। नानके की बाहरी होर दूजी नाही जाए। सो करे जित सैर जाए। सो करे जित सैर जाए। सुध सलो पवन गुरु पाणी पिता माता तख्त मत दिवस रात दुदाई दाया। खेलै सगल जगत चंगियाइयां बुराइयां वाचै धर्म अधूर करमी आपो अपनी के नेड़े के दूर। जिने नाम ते आया गए मशक्कत का नानक ते मुख उजले केती छुटी नाल। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉ ਪਾਵੈ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਬਿਗਾੜਾ ਸੰਸਰਾਤ ਹਰ लाज रखाए। हम बारिक तू गुर पिता है दे मत समझाए। जन नानक दास हर कांडिया हर पैज रखाए। मत सुमत तेरा वस स्वामी हम जंत तू पुरख जंतैनी। जन नानक के प्रभ करते स्वामी ज्यों भावै तिवै बुलैनी। बाणी गुरु गुरु है बाणी विच बाणी अमृत सारे। गुरबाणी कहै सेवक जन मानै प्रतख गुरु निस्तारे। गुरबाणी कहै सेवक जन मानै प्रतख गुरु निस्तारे। सतनाम श्री वाहिगुरु साहिब जी। श्लोक महला पहला। चोरा जारा रंडिया कुटनिया दी बाण
ਵੇ ਦੀਨਾ ਕੀ ਦੋਸਤੀ, ਵੇ ਦੀਨਾ ਕਾ ਖਾਣ। ਸਿਫਤੀ ਸਾਰ ਨ ਜਾਣਨੀ, ਸਦਾ ਵਸੈ ਸੈਤਾਨ। ਗਦਹੋ ਚੰਦਨ ਖੌਲੀਐ, ਪੀ ਸਾਹੂ ਸਿਉ ਪਾਣ। ਨਾਨਕ ਕੂੜੈ ਕੱਤਿਐ, ਕੂੜਾ ਤਣੀਐ ਤਾਣ। ਕੂੜਾ ਕੱਪੜ ਕੱਛੀਐ, ਕੂੜਾ ਪਹਿਨਣ ਮਾਣ। ਸ਼ਲੋਕ ਮਹੱਲਾ ਪਹਿਲਾ। ਚੋਰਾ ਜਾਰਾ ਰੰਡੀਆ, ਕੁਟਣੀਆਂ ਦੀ ਬਾਣ। ਵੇ ਦੀਨਾ ਕੀ ਦੋਸਤੀ, ਵੇ ਦੀਨਾ ਕਾ ਖਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵੱਡਿਆਂ ਭਾਗਾਂ ਵਾਲੀਆਂ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾਂ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਅੰਮ੍ਰਿਤ ਵੇਲਾ ਮਿਓ ਰਾਸ। ਅੰਮ੍ਰਿਤ ਵੇਲੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਦਾ ਰਾਸ ਹੀ ਚੋਂਦਾ ਹੈ। ਅੰਮ੍ਰਿਤ ਬਾਣੀ ਦੇ ਹਜੂਰ ਸ਼ਬਦ ਕੀਰਤਨ ਦੀ ਮਿੱਠੀ ਧੁਨੀ, ਨਿਤਨੇਮ ਦੀ ਧੁਨੀ, ਕਥਾ, ਅੰਮ੍ਰਿਤ ਦਾ ਰਾਸ ਹੀ ਆਉਂਦਾ ਅੰਮ੍ਰਿਤ ਵੇਲੇ। ਬਿਰਤੀ ਛੇਤੀ ਇਕਾਗਰ ਹੋ ਜਾਂਦੀ ਹੈ। ਇਕਾਗਰਤਾ ਦੇ ਨਾਲ ਹੀ ਰਾਸ ਆਉਂਦਾ ਹੈ, ਇਕਾਗਰਤਾ ਦੇ ਵਿੱਚ ਹੀ ਰਾਸ ਹੈ। ਐਸਾ ਰਸ ਵਿਰਲੇ ਭਾਗਾਂ ਵਾਲੇ ਗੁਰਸਿੱਖਾਂ ਨੇ ਮਾਨਣਾ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਪਾਵਨ ਪਵਿੱਤਰ ਉਪਦੇਸ਼ ਲੜੀਵਾਰ ਕਥਾ ਰਾਹੀਂ ਆਪਾਂ ਨੂੰ ਬਖਸ਼ਦੇ ਆ ਰਹੇ ਹਨ, ਸੋ ਹੀ ਕੀ ਵਾਰ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ 13ਵਾਂ ਸ਼ਲੋਕ ਸੰਪੰਨ ਹੋਇਆ ਹੈ, 14ਵਾਂ ਪ੍ਰਾਰੰਭ ਹੋ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਖੇਡ ਸਾਰੀ ਵਾਹਿਗੁਰੂ ਦੀ ਹੈ। ਪੌੜੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ। ਜੀਵ ਹੱਟ ਖੁੱਲ੍ਹੇ ਹੋਏ ਨੇ, ਬਾਜ਼ਾਰ ਵਪਾਰ ਕਰਦੇ ਨੇ, ਕਰਮਾਂ ਅਨੁਸਾਰ ਵਪਾਰ ਹੁੰਦਾ। ਧਰਮ ਦਲਾਲ ਹੈ ਵਿੱਚ, ਸੌਦਾ ਕਰਾਉਣ ਵਾਲਾ ਅਸਲ ਨਾਮ ਦਾ, ਵਣਜ ਕਰਾਉਣ ਵਾਲਾ ਤੇ ਧਰਮ ਦਲਾਲ ਪਾਏ ਨੀਸਾਨ। ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ ਵੱਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਫਿਰ ਕਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਤੀ ਹੋਵਨ ਕਾਲੀਆਂ ਸਪੇਦਾ ਸੇਵਨ, ਦੇਹੋ ਬੱਗਾ ਤਪੈ ਘਣਾ, ਕਾਲਿਆ ਕਾਲੇ ਵੰਨ, ਅੰਧੇ ਅਕਲੀ ਬਾਹਰੇ ਮੂਰਖੰਦ ਗਿਆਨ। ਨਾਨਕ ਨਦਰੀ ਬਾਹਰੇ ਕਬਹਿ ਨ ਪਾਵੈ ਮਾਨ। ਨਦਰ ਤੋਂ ਜਿਹੜੇ ਬਾਹਰ ਆ ਜਿਨ੍ਹਾਂ 'ਤੇ ਨਹੀਂ ਬਖਸ਼ਿਸ਼ ਹੁੰਦੀ,
ਖੋਟੇ ਕਰਮਾਂ ਦਾ ਲੇਖ ਐਸਾ ਪਿਆ ਉਹ ਛੱਡ ਨਹੀਂ ਸਕਦੇ, ਭੋਗਣਾ ਪੈਂਦਾ। ਕਦੇ ਮਾਣ ਨਹੀਂ ਪਾਉਂਦੇ ਨਾਮ ਦਾ। ਜਿਹੜਾ ਨਾਨਕ ਨਾਮ ਲਾਹਾ ਪ੍ਰਵਾਨ, ਉਹ ਮਾਣ ਨਹੀਂ ਉਹਨਾਂ ਨੂੰ ਮਿਲਦਾ। ਗੁਰੂ ਅਮਰਦਾਸ ਜੀ ਨੇ ਮੋਹਰ ਲਾਈ ਸੀ, ਵਾਹਿਗੁਰੂ ਨੇ ਆਪੇ ਪੈਦਾ ਕੀਤਾ, ਦੁਆਇਸ਼ ਭਾਵ ਵਿੱਚ ਲਾ ਕੇ ਆਪੇ ਹੀ ਖਰਾਬ ਕੀਤੇ ਨੇ। ਜਨਮ ਮਰਨ ਬਣਾਇਆ ਵੀ ਉਹਨੇ 84 ਲੱਖ ਜੂਨੀਆਂ ਦਾ। ਹੱਟ ਸੰਸਾਰ ਵੀ ਬਾਜ਼ਾਰ ਉਹਨੇ ਬਣਾਏ ਨੇ ਰਹਿਣ ਨੂੰ। ਕਿਧਰੇ ਜੰਗਲ, ਕਿਧਰੇ ਸਮੁੰਦਰਾਂ ਵਿੱਚ, ਕਿਧਰੇ ਪਹਾੜ ਨੇ, ਕਿਧਰੇ ਸਾਫ ਥਾਵਾਂ 'ਤੇ, ਪੱਧਰੇ ਥਾਵਾਂ 'ਤੇ ਘੁੱਗ ਵਸਦੇ ਸ਼ਹਿਰ ਨੇ। ਇਹੋ ਮਾਨਸ ਜਨਮ ਦੁਲੰਭ ਮਨਮੁਖ ਸੰਤ, ਮਹਾਰਾਜ ਨੇ ਕਿਹਾ ਆਪੇ ਹੀ ਖਵਾਉਣ ਵਾਲਾ। ਕਿਉਂ ਜੋ ਜੇ ਨਾ ਹੋਵੇ ਤੇ ਫਿਰ ਇਹ ਖੇਡ ਆ ਉਹਦਾ ਵਾਹਿਗੁਰੂ ਦਾ, ਜਿਵੇਂ ਖੇਡ ਦਾ ਗਰਾਊਂਡ ਹੁੰਦਾ ਹੈ। ਕਿਹਾ ਸੀ ਮਹਾਰਾਜ ਜੀ ਨੇ ਕਿ ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ। ਸਮਝਦਾ ਵੀ ਉਹ ਜਿਹਨੂੰ ਸਤਿਗੁਰੂ ਥਾਪੜਾ ਦੇ ਦੇਣ, ਬਖਸ਼ਿਸ਼ ਕਰ। ਸਭ ਜਗ ਖੇਲ ਰਚਾਇਓਨ ਸਭ ਵਰਤਾਇਆ। ਅਸਲ ਵਿੱਚ ਸਾਰੇ ਜਗਤ ਦਾ ਖੇਲ ਆਪ ਹੀ ਰਚਾਇਆ ਹੈ, ਆਪ ਹੀ ਵਰਤ ਰਿਹਾ ਹੈ। ਖੇਲ ਆ ਜਦੋਂ ਹੋਇਆ ਖੇਲ, ਤੇ ਫਿਰ ਜੇ ਖੇਲ ਹੀ ਮੁੱਕ ਜੇ ਫਿਰ ਰੌਣਕ ਕਾਹਦੀ ਹੈ। ਇਸ ਕਰਕੇ ਜਗਤ ਵੀ ਉਹਦਾ ਤਮਾਸ਼ਾ ਹੈ, ਖੇਲ ਹੈ। ਮਹਾਰਾਜ ਜੀ ਨੇ ਵੀ ਇਹੋ ਕਿਹਾ ਸੀ ਕਿ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ, ਮੈਂ ਪਰਮ ਪੁਰਖ ਦਾ ਦਾਸ ਹਾਂ। ਜਗਤ ਦਾ ਤਮਾਸ਼ਾ ਜਿਹੜਾ ਰਚਿਆ ਹੋਇਆ ਪ੍ਰਬਲ ਮਾਇਆ ਦੇ ਰਾਹੀਂ ਜੀਵਾਂ ਦੇ ਅੰਦਰ ਦੂਜਾ ਭਾਵ ਪਾਇਆ ਹੋਇਆ, ਇਹ ਤਮਾਸ਼ਾ ਵੇਖਣ ਵਾਸਤੇ ਆਇਆ। ਸੱਚੇ ਪਾਤਸ਼ਾਹ ਸਭ ਜਗ ਖੇਲ ਰਚਾਇਓ, ਇਹ ਆਪੇ ਖੇਲ ਰਚਾਇਆ। ਜੇ ਸਾਰੇ ਮੁਕਤ ਹੋ ਜਾਣ ਤੇ ਖੇਲ ਵੀ ਫਿਰ ਉਸ ਵੇਲੇ ਸੰਕੋਚਿਆ ਜਾਂਦਾ, ਇਹ ਸਿਮਟਿਆ ਜਾਂਦਾ, ਕੁਛ ਵੀ ਨਹੀਂ ਹੁੰਦਾ। ਜੋ ਕੁਝ ਆ ਰੌਣਕ ਨਾਲ ਹੀ ਫੱਬਦਾ ਹੈ, ਇਕੱਤਰਤਾ ਨਾਲ, ਇਕੱਠ ਨਾਲ ਹੀ ਫੱਬਦਾ ਹੈ। ਕੋਈ ਮੇਲਾ ਹੋਵੇ, ਜੋੜ ਮੇਲਾ ਹੋਵੇ। ਸ੍ਰੀ ਗੁਰੂ ਅਮਰਦਾਸ ਜੀ ਨੇ ਪੌੜੀ ਵਿੱਚ ਫਰਮਾਨ ਕੀਤਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹੋਰ ਦੱਸਦੇ ਨੇ, ਇਹਦੀ ਉਥਾਨਕਾ ਆਉਂਦੀ ਹੈ ਸ਼ਲੋਕ ਦੀ ਕਿ ਜਿਸ ਵੇਲੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਜੋ ਪਾਕਿਸਤਾਨ ਵਿੱਚ ਚਲਾ ਗਿਆ, ਪੰਜਾਬ ਨਾਲੋਂ ਵੱਖਰਾ ਹੋ ਗਿਆ 1947 ਵਿੱਚ। ਦਰਿਆ ਹੱਦ ਹੋ ਗਈ ਤੇ ਦਰਿਆ ਟੱਪ ਕੇ ਅਗਲੇ ਬੰਨੇ ਕਰਤਾਰਪੁਰ ਆ। ਬਾਰਡਰ ਤੋਂ ਦੂਰਬੀਨ ਨਾਲ ਦਿਸਦਾ ਗੁਰੂ ਘਰ, ਡੇਰਾ ਬਾਬਾ ਨਾਨਕ ਬਾਰਡਰ ਤੋਂ। ਇਹ ਉਰਲੇ ਬੰਨੇ ਰਹਿ ਗਿਆ ਸਥਾਨ ਮਹਾਰਾਜ ਦਾ, ਤੇ ਇਹ ਕਰਤਾਰਪੁਰ ਵੱਡਾ ਪਹਿਲੀ ਧਰਮਸਾਲ ਜਿੱਥੇ ਆਸਾ ਦੀ ਵਾਰ ਗੂੰਜੀ, ਉਹ ਪਾਕਿਸਤਾਨ ਵਿੱਚ ਚਲਿਆ ਗਿਆ। ਉੱਥੇ ਮਹਾਰਾਜ ਜੀ ਨੇ ਬਹੁਤ ਸਾਰੀ ਬਾਣੀ ਉਚਾਰੀ ਹੈ। ਸੋ ਮਗਰੋਂ ਤੇ ਰਹੇ ਉੱਥੇ ਨੇ 7 ਸਾਲ ਤੋਂ ਵੱਧ ਸਮਾਂ, ਪਹਿਲਾਂ ਵਸਾ ਦਿੱਤਾ ਸੀ ਆ ਕੇ। ਮਹਾਰਾਜ ਉੱਥੇ ਸਿੱਧ ਲੋਕ ਆਏ ਨੇ ਸਤਿਗੁਰੂ ਜੀ ਦੇ ਕੋਲ, ਯੋਗੀ ਲੋਕ ਆਏ ਨੇ। ਭਾਵੇਂ ਕਈ ਥਾਵਾਂ 'ਤੇ ਚਰਚਾ ਹੁੰਦੀ ਸੀ, ਜਿੱਤ ਲਈ ਸੀ ਸਾਰੀ ਚਰਚਾ, ਹਾਰ ਮੰਨ ਗਏ ਸਨ, ਢਹਿ ਗਏ ਸਨ। ਅਚਲ ਬਟਾਲੇ ਦੀ ਅਖੀਰਲੀ ਚਰਚਾ ਸੀ, ਉੱਥੇ ਕਹਿ ਦਿੱਤਾ ਸੀ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸੋਹਣੇ ਬਚਨ ਸਿੱਧ ਕਰਦੇ ਸਨ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੁਹਾਡੀ ਕਮਾਈ ਬਹੁਤ ਵੱਡੀ ਹੈ, ਧੰਨ ਹੋ ਤੁਸੀਂ। ਧੰਨ ਕਹਿ ਦਿੱਤਾ ਸੀ, ਧੰਨ ਕਹਿਣਾ ਹੀ ਉਹਨਾਂ ਨੇ ਹਾਰ ਮੰਨਣਾ ਸਮਝ। ਵੱਡਾ ਪੁਰਖ ਪ੍ਰਗਟਿਆ ਕਲਯੁਗੇ ਅੰਦਰ ਜੋਤ ਜਗਾਈ। ਭਾਈ ਗੁਰਦਾਸ ਸਾਹਿਬ ਜੀ ਲੈਤੇ ਨੇ, ਉਹਨਾਂ ਇਹ ਸ਼ਬਦ ਕਹੇ ਸਨ। ਫਿਰ ਇਹ ਆਏ, ਸਾਰੇ ਸਤਿਗੁਰਾਂ ਕੋਲ ਆਉਂਦੇ ਰਹੇ ਨੇ, ਸੀਸ ਝੁਕਾਉਂਦੇ ਰਹੇ ਆ ਬਾਅਦ ਵਿੱਚ ਵੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਤੱਕ ਆਏ ਸਨ।
ਆਰੇ ਕਰਤਾਰਪੁਰ ਆਏ। ਕਹਿਣ ਲੱਗੇ ਕਲਯੁਗ ਦਾ ਸਾਨੂੰ ਪਤਾ ਲੱਗ ਗਿਆ ਤੁਸੀਂ ਪੂਰਨ ਗੁਰੂ ਅਵਤਾਰ ਹੋ ਕਲਯੁਗ ਦੇ, ਕਲਯੁਗ ਨੂੰ ਤਾਰਨ ਆਏ ਹੋ ਜੀਵਾਂ ਨੂੰ। ਮਹਾਰਾਜ ਫਿਰ ਵੀ ਵਰਤਾਰਾ ਕਿਹੋ ਜਿਹਾ ਹੋਊਗਾ ਜੀਵਾਂ ਦੇ? ਪਹਿਲੇ ਜੀਵਾਂ ਦਾ ਹੀ ਵਰਤਾਰਾ, ਇਹਦੇ ਵਿੱਚ ਵਰਤਾਰਾ ਕਿਹੋ ਜਿਹਾ? ਉਸ ਵੇਲੇ ਦੱਸਿਆ ਕਲਯੁਗੀ ਜੀਵਾਂ ਦੇ ਲੱਛਣ ਜਿਹੜੇ ਨੇ ਕੀ ਹੋਣਗੇ ਮਹਾਰਾਜ ਜੀ ਨੇ। ਪ੍ਰਤੱਖ ਕਲਯੁਗ ਹੋਵੇਗਾ, ਜਿਹਨੇ ਵੇਖਣਾ ਹੋਵੇਗਾ। ਇਹ ਸ਼ਲੋਕ ਉਚਾਰਨ ਕੀਤਾ ਕਰਤਾਰਪੁਰ ਸਾਹਿਬ ਥਾਨਕਾ ਮੁਤਾਬਕ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਨੇ, ਸ਼ਲੋਕ ਮਹੱਲਾ ਪਹਿਲਾ। ਚੋਰਾਂ ਜਾਰਾਂ ਰੰਡੀਆਂ ਕੁਟਣੀਆਂ ਦੀ ਬਾਣ। ਪੁੱਛਦੇ ਹੋ ਕਿਹੋ ਜਿਹਾ ਵਰਤਾਰਾ ਹੋਊ? ਪ੍ਰਤੱਖ ਵੇਖਣਾ ਹੋਵੇ। ਇਹ ਵੀ ਕਿਹਾ ਸੀ ਆਪ ਜੀ ਨੇ, ਚੋਰਾਂ ਜਾਰਾਂ ਜਿਹੜੇ ਚੋਰ ਲੋਕ, ਚੋਰੀਆਂ ਕਰਨ ਵਾਲੇ, ਕਿਰਤ ਨੂੰ ਛੱਡ ਕੇ 2 ਨੰਬਰ ਦਾ ਧਨ ਇਕੱਠਾ ਕਰਨ ਵਾਲੇ, ਦੋਸ਼ੀ ਲੋਕ ਪਾਪ ਕਰਕੇ, ਚੋਰਾਂ ਚੋਰੀਆਂ ਕਰਨ ਵਾਲੇ, ਜਾਰਾਂ ਜਾਰੀਆਂ ਵਿਭਚਾਰ ਕਰਨ ਵਾਲੇ, ਆਪਣਾ ਕਰੈਕਟਰ ਤੋੜ ਕੇ ਪਰਾਏ ਘਰਾਂ ਵਿੱਚ ਜਾਣ ਵਾਲੇ, ਵਿਕਾਰਾਂ ਦੇ ਵਿੱਚ ਗਲਤਾਨ ਲੋਕ, ਵਿਭਚਾਰ ਕਰਨ ਵਾਲੇ ਲੋਕ ਜਿਹੜੇ ਨੇ। ਰੰਡੀਆਂ ਇਸੇ ਤਰ੍ਹਾਂ ਵਿਭਚਾਰਨ ਔਰਤਾਂ ਜਿਹੜੀਆਂ ਹੋਣਗੀਆਂ, ਆਪ ਕੋਈ ਪਤੀਬ੍ਰਤਾ ਧਰਮ ਨਹੀਂ ਹੋਵੇਗਾ, ਸ਼ਾਦੀ ਨਹੀਂ ਹੋ ਰਹੀ, ਖੁੱਲ੍ਹਾ ਕਲਚਰ ਹੋਵੇਗਾ। ਰੰਡੀਆਂ ਕਰਕੇ ਵਿਭਚਾਰਨ ਔਰਤਾਂ, ਪਰਾਏ ਪੁਰਸ਼ਾਂ ਦੇ ਸੰਗ ਕਰਨ ਵਾਲੀਆਂ। ਕੁੱਟਣੀਆਂ ਦੀ ਬਾਣ, ਫਿਰ ਕੁੱਟਣੀਆਂ, ਫੱਫੇ ਕੁੱਟਣ ਵਾਲੀਆਂ, ਚੰਗੀਆਂ ਭਲੀਆਂ ਔਰਤਾਂ ਨੂੰ ਵੀ ਖਰਾਬ ਕਰਨ ਵਾਲੀਆਂ, ਖੋਟੀ ਸਿੱਖਿਆ ਦੇ ਕੇ ਉਹਨਾਂ ਦਾ ਸਤ ਭੰਗ ਕਰਨ ਵਾਲੀਆਂ। ਕੁੱਟਣੀਆਂ ਦੀ ਬਾਣ, ਫੱਫੇ ਕੁੱਟਣ ਵਾਲੀਆਂ, ਛਲ ਲੈਣ ਵਾਲੀਆਂ। ਦੀਬਾਨ, ਦੀਬਾਨ ਦਾ ਭਾਵ ਹੁੰਦਾ ਕਚਹਿਰੀ, ਸਭਾ ਲੱਗਣੀ। ਇਹਨਾਂ ਲੋਕਾਂ ਦੀਆਂ ਸਭਾ ਲੱਗਿਆ ਕਰਨਗੀਆਂ, ਬੇਨਿਯਮੇ ਲੋਕਾਂ ਦੀਆਂ, ਬੇਧਰਮੇ ਲੋਕਾਂ ਦੀਆਂ, ਧਰਮ ਨਾਲ ਜਿਨ੍ਹਾਂ ਦਾ ਕੋਈ ਨਾਤਾ ਨਹੀਂ ਹੋਵੇਗਾ। ਮਨਾਈਆਂ ਕਰਨ ਵਾਲੇ, ਅਵੈੜਤਾਈਆਂ ਕਰਨ ਵਾਲੇ, ਕੋਈ ਡਰ ਭੌ ਨਹੀਂ ਹੋਵੇਗਾ, ਖੁੱਲ੍ਹਾ ਕਲਚਰ ਹੋਵੇਗਾ ਲੋਕਾਂ ਦਾ। ਕੁੱਟਣੀਆਂ ਦੀ ਬਾਣ, ਇਹ ਫੱਫੇ ਕੁੱਟਣੀਆਂ, ਇਸ ਕਰਕੇ ਇਹਨਾਂ ਦੀ ਦੀਬਾਨ ਕਚਹਿਰੀਆਂ ਆਪਸ ਵਿੱਚ ਮਿਲਾਪ ਹੋਵੇਗਾ, ਭਾ ਇਹਨਾਂ ਦੀ ਬਣੇਗੀ ਆਪਸ ਵਿੱਚ ਚੰਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਿਹਾ ਸੀ ਇਲਤਕਾ ਨਾਓ ਚੌਧਰੀ, ਕੂੜੀ ਕੂੜੇ ਥਾਓ। ਸੋ ਜਿਹੜੇ ਇਲਤਾਂ ਕਰਨ ਵਾਲੇ ਸ਼ਰਾਰਤੀ ਲੋਕ ਹੋਣਗੇ ਉਹਨਾਂ ਦਾ ਨਾਮ ਚੌਧਰੀ ਹੋਵੇਗਾ। ਇਹਦੇ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ, ਵੇਦੀਨਾ, ਬੇਧਰਮੇ, ਬਿਨਾਂ ਮਜ਼ਹਬ ਤੋਂ, ਕੋਈ ਦੀਨ ਨਹੀਂ ਜਿਨ੍ਹਾਂ ਦਾ ਹੋਵੇਗਾ, ਕੋਈ ਸਿੱਖਿਆ ਨਹੀਂ ਜਿਨ੍ਹਾਂ ਨੇ ਸੁਣੀ ਹੋਵੇ, ਚੰਗੀ ਨਹੀਂ ਲੱਗੇਗੀ ਜਿਨ੍ਹਾਂ ਨੂੰ ਧਰਮ ਦੀ ਸਿੱਖਿਆ, ਗੁਰੂ ਪੀਰਾਂ ਦੀ ਸਿੱਖਿਆ। ਵੇਦੀਨਾ ਕੀ ਦੋਸਤੀ, ਬੇਧਰਮੀਆਂ ਦੀ ਦੋਸਤੀ ਹੋਵੇਗੀ ਆਪਸ ਵਿੱਚ। ਮਨਾਈਆਂ ਕਰਨ ਵਾਲੇ, ਮਨ ਚਲਿਆਂ ਦੇ ਆਪਸ ਵਿੱਚ ਡਾਢੀ ਬਣੇਗੀ। ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ, ਵੇਦੀਨਾ ਦਾ ਹੀ ਖਾਣਾ ਖਾਣਗੇ, ਇਹੋ ਜਿਹੀ ਹਾਲਤ ਹੋਵੇਗੀ। ਖਾਣਾ ਵੀ ਸੁੱਚਾ ਨਹੀਂ ਹੋਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਂਝ ਦੀ ਵਾਰ ਅੰਦਰ ਵੀ ਫਰਮਾਨ ਸੱਚੇ ਪਾਤਸ਼ਾਹ ਜੀ ਨੇ ਕੀਤਾ ਸੀ। ਸ਼ਲੋਕ ਮਹੱਲਾ ਪਹਿਲਾ। ਕਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ। ਕਿਹਾ ਸੀ ਰੱਬ ਤੋਂ ਵਿਛੜੀ ਹੋਈ ਲੁਕਾਈ ਜਿਹੜੀ ਹੈ ਕੁੱਤੇ ਮੂੰਹ ਵਾਲੀ ਹੋਵੇਗੀ। ਕਲਯੁਗ ਦੇ ਵਿੱਚ ਖਾਣ ਦਾ, ਕੁੱਤੇ ਵਾਂਗ ਖਾਣ ਦਾ ਹੀ ਹਲਕ ਇਹਨਾਂ ਨੂੰ ਪੈ ਜਾਣਾ। ਬਸ ਮੁਫਤ ਦਾ ਖਾਣਾ ਮਿਲਣਾ ਚਾਹੀਦਾ, ਉੱਥੇ ਡਿੱਗੀ ਪਿਆ ਕਰਨਗੇ ਲੋਕ। ਖਾਣ ਦਾ ਲੱਭ ਬੜਾ ਹੋਵੇਗਾ, ਪੈਸਾ ਵੀ ਕੋਈ ਨਾ ਲੱਗੇ, ਖਾਣ ਦਾ ਲੱਭ ਹੋਵੇਗਾ। ਸੋ ਕੁੱਤੇ ਮੁਹੀ ਖਾਜ ਹੋਆ ਮੁਰਦਾਰ।
ਹਲਕੇ ਕੁੱਤਿਆਂ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ। ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ, ਵੱਡੀ ਹਰਾਮ ਆਦਕ ਚੀਜ਼ ਇਸ ਮਨ ਦਾ ਖਾਣਾ ਹੋ ਜਾਂਦਾ ਹੈ। ਵੇ ਦੀਨਾ ਕਾ ਖਾਣ। ਸੋ 2 ਨੰਬਰ ਦੀ ਕਮਾਈ ਕਰਨਗੇ ਲੋਕ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਕੁੱਤੇ ਦਾ ਖਾਣਾ ਮੁਰਦਾਰ ਹੁੰਦਾ ਨਾ, ਇਹੋ ਜਿਹਾ ਮੁਰਦਾਰ ਹੀ ਕੂੜ ਬੋਲ ਮੁਰਦਾਰ ਖਾਏ, ਇਹੋ ਜਿਹੀ ਹਾਲਤ ਹੋਵੇਗੀ। ਔਰ ਕਿਹਾ ਸੀ ਕੂੜ ਬੋਲ ਬੋਲ ਭੌਂਕਣਾ ਚੂਕਾ ਧਰਮ ਵਿਚਾਰ, ਜਿਨ ਜੀ ਵੰਦਿਆ ਪਤ ਨਹੀਂ ਮੋਇਆ ਮੰਦੀ ਸੋਏ। ਜਿਨ੍ਹਾਂ ਜੀਵਦਿਆਂ ਦੀ ਕੋਈ ਇੱਜ਼ਤ ਨਹੀਂ ਹੋਵੇਗੀ, ਮਰਿਆਂ ਤੋਂ ਵੀ ਲੋਕ ਭੈੜੇ ਆਖਣ ਚੰਗਾ ਮਗਰੋਂ ਲੱਥ, ਕੋਈ ਚੰਗਾ ਕੰਮ ਨਹੀਂ ਕੀਤਾ। ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋਏ। ਇਹ ਬਚਨ ਕਹੇ ਸਨ ਮਹਾਰਾਜ ਜੀ ਨੇ ਕਿ ਔਰ ਮਨੁੱਖ ਜਿਹੜੇ ਜ਼ਾਲਮ ਹੋ ਜਾਣਗੇ ਅਤੇ ਔਰਤਾਂ ਉਹਨਾਂ ਦੀਆਂ ਸਲਾਹਕਾਰ ਹੋਣਗੀਆਂ, ਜ਼ੁਲਮ ਕਰਨ ਵਾਲਿਆਂ ਦੀ, ਉਹਨਾਂ ਦਾ ਸਾਥ ਦੇਣ ਵਾਲੀਆਂ ਹੋਣਗੀਆਂ। ਇੱਥੇ ਕਹਿ ਰਹੇ ਨੇ ਚੋਰਾ ਜਾਰਾ ਰੰਡੀਆਂ ਕੁਟਣੀਆਂ ਦੀ ਬਾਣ, ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ। ਉੱਥੇ ਕਿਹਾ ਸੀ ਮਹਾਰਾਜ ਜੀ ਨੇ ਮਹੱਲਾ ਪਹਿਲਾ, ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਪੁਰਸ਼ ਸਯਾਦ ਜ਼ਾਲਮ ਹੋਣਗੇ ਅਤੇ ਤੀਵੀਆਂ ਔਰਤਾਂ ਉਹਨਾਂ ਦਾ ਸਾਥ ਦੇਣ ਵਾਲੀਆਂ ਹੋਣਗੀਆਂ, ਸਲਾਹਕਾਰ ਬਣਨਗੀਆਂ। ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਆਹਾਜ। ਮਹਾਰਾਜ ਜੀ ਨੇ ਕਿਹਾ ਸੀ ਮਿੱਠਾ ਸੁਭਾਅ ਜੁਗਤ ਵਿੱਚ ਰਹਿਣਾ। ਸੀਲ ਕੋਮਲ ਸੁਭਾਅ ਔਰਤ ਦਾ ਗਹਿਣਾ ਹੁੰਦਾ, ਸਾਰੇ ਗਹਿਣਿਆਂ ਤੋਂ ਸੁੰਦਰ ਗਹਿਣਾ ਹੈ, ਇਹ ਵੀ ਛੱਡ ਦੇਵੇਗੀ ਔਰਤ ਕਲਯੁਗ। ਮਿੱਠਾ ਸੁਭਾਅ ਜੁਗਤ ਵਿੱਚ ਰਹਿਣਾ, ਸੰਜਮ ਆਪਣੇ ਪਤੀਬ੍ਰਤਾ ਧਰਮ ਵਿੱਚ ਰਹਿਣਾ, ਸੁੱਚ ਭੰਨੀ ਅਤੇ ਦਿਲ ਦੀ ਸਫਾਈ ਆਦਿਕ ਬਾਹਰੀ ਸੁੱਚ ਪਵਿੱਤਰਤਾ ਵੀ ਭੰਨ ਦਿੱਤੀ ਹੈ ਇਹਨਾਂ। ਕਿਹਾ ਸੀ ਦ੍ਰਿੜ ਨਾਮਦਾਨ ਇਸ਼ਨਾਨ ਸੁਚਾਰੀ। ਰੱਬ ਦੇ ਨੇੜੇ ਕੌਣ ਹੋਣਗੇ? ਜਿਨ੍ਹਾਂ ਨੇ ਦ੍ਰਿੜ ਕਰ ਲਈ ਨਾਮਦਾਨ ਇਸ਼ਨਾਨ, ਗੁਰਮੁਖ ਨਾਮਦਾਨ ਇਸ਼ਨਾਨ ਅਤੇ ਸੁਚਾਰੀ ਸੁੱਚ ਪਵਿੱਤਰਤਾ, ਉਹਨਾਂ 'ਤੇ ਬਖਸ਼ਿਸ਼ ਹੋਵੇਗੀ। ਦ੍ਰਿੜ ਨਾਮਦਾਨ ਇਸ਼ਨਾਨ ਸੁਚਾਰੀ, ਪਰ ਇਹ ਤਾਂ ਛੱਡ ਦੇਣਗੇ ਜੀ। ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਆਹਾਜ। ਮਹਾਰਾਜ ਜੀ ਨੇ ਕਿਹਾ ਸੁੱਚ ਪਵਿੱਤਰਤਾ ਵੀ ਭੰਨ ਦੇਣੀ ਹੈ। ਖਾਣਾ ਖਾਜ ਆਹਾਜ, ਖਾਣਾ ਜਿਹੜਾ ਹੈ ਉਹ ਬਦਲ ਜਾਵੇਗਾ, ਕਿਸੇ ਕੰਮ ਦਾ ਨਹੀਂ ਰਹੇਗਾ। ਸੋ ਵੱਡੀ ਆਦਿਕ ਹਰਾਮ ਆਦਿਕ ਖਾਣਾ ਖਾਜ ਖਾਣਗੇ। ਆਪਣਾ ਖਾਣਾ ਛੱਡ ਕੇ ਸਾਦਾ ਹੋਰ ਕਈ ਤਰ੍ਹਾਂ ਦੇ ਖਾਣੇ ਖਾਣਗੇ। ਸ਼ਰਮ ਗਿਆ ਘਰ ਆਪਣਾ ਪਤ ਉੱਠ ਚੱਲੀ ਨਾਲ। ਸ਼ਰਮ ਹਯਾ ਨਾਂ ਦੀ ਕੋਈ ਚੀਜ਼ ਨਹੀਂ ਰਹੇਗੀ, ਆਪਣੇ ਘਰ ਚਲਿਆ ਜਾਵੇਗਾ ਪਤ ਵੀ ਨਾਲ ਹੀ। ਇੱਜ਼ਤ ਫਿਰ ਕਾਹਦੀ ਰਹਿਣੀ? ਜਿਹਨੂੰ ਸ਼ਰਮ ਨਹੀਂ ਉਹਦੀ ਇੱਜ਼ਤ ਵੀ ਕੋਈ ਨਹੀਂ ਹੁੰਦੀ, ਜਿਹਨੂੰ ਲੱਜਾ ਨਾ ਹੋਵੇ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ। ਇੱਥੇ ਵੀ ਕਹਿ ਰਹੇ ਨੇ ਕਿ ਵੇ ਦੀਨਾ ਕੀ ਦੋਸਤੀ, ਚੋਰਾਂ ਜਾਰਾਂ ਰੰਡੀਆਂ ਕੁਟਣੀਆਂ ਦੀ ਬਾਣ, ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ। ਅਸੀਂ ਤਾਂ ਲਾ ਮਜ਼ਹਬਿਆਂ, ਸਾਨੂੰ ਕੀ ਹੋਣ ਲੱਗਾ ਇਉਂ ਕਹਿਣਗੇ ਲੋਕ। ਸਾਡਾ ਕੋਈ ਧਰਮ ਜੋ ਮਰਜ਼ੀ ਕਰੀਏ। ਵੇ ਦੀਨਾ ਵੇ ਧਰਮਿਆਂ ਦੀ ਦੋਸਤੀ ਹੋਵੇਗੀ, ਵੇ ਧਰਮੀਆਂ ਦਾ ਉਹੋ ਜਿਹਾ ਖਾਣਾ ਖਾਣਗੇ ਜਿਹ ਤੋਂ ਵਰਜਿਆ ਹੋਵੇਗਾ। ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ। ਮਹਾਰਾਜ ਸੱਚੇ ਪਾਤਸ਼ਾਹ, ਜੇ ਗੁਣ ਹੋਣਗੇ ਤੇ ਗੁਣਾਂ ਨਾਲ ਭਗਤੀ ਹੁੰਦੀ ਹੈ ਅਤੇ ਭਗਤੀ ਨਾਲ ਗਿਆਨ ਹੁੰਦਾ ਹੈ। ਸੋ ਜੀਵਨ ਸਵਾਰਿਆ ਜਾਂਦਾ ਹੈ। ਉਹ ਵਾਹਿਗੁਰੂ ਦੀ ਸਿਫਤ ਕਰਨ ਦੀ ਸਾਰ ਜਿਹੜੀ ਗੁਣ ਆ, ਉਹ ਗੁਣਾਂ ਦੀ ਸਾਰ ਨਹੀਂ ਜਾਣਨੀ। ਇਹਨੂੰ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ। ਪਾਵਨ ਜਪਜੀ ਸਾਹਿਬ ਵਿੱਚ ਸਿਫਤੀ ਸਾਰ ਨਾ ਜਾਣਨੀ। ਵਾਹਿਗੁਰੂ ਦੀ ਸਿਫਤ ਸਲਾਹ ਬੰਦਗੀ ਕਰਨ ਦੀ ਸਾਰ ਖਬਰ ਜਿਹੜੀ ਆ ਗੁਣਾਂ ਨੂੰ ਗ੍ਰਹਿਣ ਕਰਕੇ ਹੁੰਦੀ ਹੈ, ਜਾਤ ਸਤ ਵਿੱਚ ਪੱਕੇ ਰਹਿ ਕੇ ਹੁੰਦੀ ਹੈ।
ਗੁਰੂ ਵਾਲੇ ਬਣ ਕੇ ਹੁੰਦੀ ਹੈ, ਗੁਰੂ ਦੀ ਮੱਤ ਲੈ ਕੇ ਗੁਣ ਧਾਰਨ ਹੁੰਦੇ ਨੇ, ਔਗੁਣਾਂ ਦਾ ਤਿਆਰ ਹੁੰਦਾ ਹੈ। ਫਿਰ ਵਾਹਿਗੁਰੂ ਦੀ ਬੰਦਗੀ ਦੀ ਸਾਰ ਆਉਂਦੀ, ਖਬਰ ਹੁੰਦੀ ਹੈ ਮਨ। ਫਿਰ ਮਨ ਨੂੰ ਸੋਝੀ ਜਦੋਂ ਆਉਂਦੀ, ਪਛਤਾਵਾ ਹੋ ਜਾਂਦਾ ਵੀ ਹੁਣ ਤੱਕ ਭੁੱਲੇ ਰਹੇ ਮਨਾ, ਉਹ ਐਵੇਂ ਸਮਾਂ ਗਵਾ ਲਿਆ। ਉਹ ਸਿਫਤੀ ਸਾਰ ਨਾ ਜਾਣਨੀ, ਉਹ ਮੁੱਢੋਂ ਹੀ ਸਿਫਤ ਦੀ ਸਾਰ ਕਰਨੀ ਵਾਹਿਗੁਰੂ ਦੀ ਬੰਦਗੀ ਦੀ, ਉਹ ਨਹੀਂ ਜਾਣਨੀ, ਉਹ ਨਹੀਂ ਜੀਵ ਜਾਣਨਗੇ। ਉਹ ਨਹੀਂ ਜਾਣਦੇ ਹਨ, ਇਹ ਕਲਯੁਗ ਹੈ। ਜਿਹੜੇ ਨਹੀਂ ਜਾਣਨੀ, ਇਹ ਨਹੀਂ ਜਾਣਨਗੇ। ਸਦਾ ਵਸੈ ਸ਼ੈਤਾਨ, ਸਦਾ ਹੀ ਜਿਹੜਾ ਸ਼ੈਤਾਨ ਆ ਉਹ ਮਨ ਵਿੱਚ ਆ ਕੇ ਟਿਕਾਣਾ ਕਰ ਲਵੇਗਾ। ਅਵੈੜ ਤਾਈਆਂ ਔਗਣ ਸਦਾ ਆ ਕੇ ਵਸਣਗੇ। ਇਹੋ ਮਨ ਭੂਲਾ ਜਾਂਦਾ ਫੇਰੇ। ਅਰ ਭਾਈ ਮਰਦਾਨਾ ਜੀ ਕੋਲੇ ਹੀ ਬੈਠੇ ਸਨ। ਸੋ ਉਸ ਵੇਲੇ ਕਹਿਣ ਲੱਗੇ ਭਾਈ ਬਾਲਾ ਜੀ, ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਫਿਰ ਕਿਰਪਾ ਵੀ ਹੋਵੇਗੀ ਐਸੇ ਲੋਕਾਂ 'ਤੇ, ਬਖਸ਼ੇ ਜਾ ਸਕਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਅਸੀਂ ਕਹੀਏ ਨਾਨਕ ਬਖਸ਼ੇ ਬਖਸ਼ੀਐ, ਨਾ ਹੀ ਤਾਂ ਪਾਹੀ ਪਾਹੇ। ਜੇ ਆਪ ਅਕਾਲ ਪੁਰਖ ਬਖਸ਼ ਦੇਵੇ ਤੇ ਬਖਸ਼ੇ ਜਾਣਗੇ, ਨਹੀਂ ਤੇ ਔਖਾ ਹੈ। ਐਸੇ ਲੋਕ ਜਿਹੜੇ ਆ ਭਾਵੇਂ ਉਹਨਾਂ ਨੂੰ ਸਮਝਾਈਏ ਤਾਂ ਵੀ ਸਮਝਦੇ ਨਹੀਂ ਹਨ। ਸੋ ਭਗਤ ਕਬੀਰ ਸਾਹਿਬ ਜੀ ਨੇ ਇਸ ਕਰਕੇ ਕਿਹਾ ਸੀ, ਸਾਖਤ ਸਿਉ ਭੂਲ ਨਹੀਂ ਕਹੀ ਹੈ। ਸਾਖਤ ਪੁਰਸ਼ ਜਿਹੜੇ ਸ਼ਕਤੀ ਦੇ ਪਾਸ਼ਕ ਹੋ ਗਏ, ਧਰਮ ਤੋਂ ਹੀਣੇ, ਉਹਨਾਂ ਨੂੰ ਭੁੱਲ ਕੇ ਵੀ ਨਹੀਂ ਉਪਦੇਸ਼ ਕਹਿਣਾ ਚਾਹੀਦਾ। ਜਿਹੜੇ ਆਪ ਗਏ ਔਰਨ ਹੂ ਘੱਲ ਹੈ, ਛਾੜ ਕੁਚਰਚਾ ਨ ਜਾਨੈ, ਬ੍ਰਹਮਾ ਹੂ ਕੋ ਕਹਿਓ ਨ ਮਾਨੈ। ਅਵਰਨ ਹਸਤਾਪ ਹੈ ਕਾਨੇ, ਤਿਨ ਕੋ ਦੇਖ ਕਬੀਰ ਲਿਜਾਨੇ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਕਿ ਆਪ ਤਾਂ ਚੂਲੀ ਭਰ ਕੇ ਪਾਣੀ ਵੀ ਦਾਨ ਨਹੀਂ ਦਿੰਦੇ। ਉਹਨਾਂ ਨੂੰ ਨਿੰਦੇ ਆ ਜਿਹੜੇ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ, ਭਗੀਰਥ ਵਰਗਿਆਂ ਦੀ ਨਿੰਦਿਆ ਕਰਦੇ ਆ। ਆਪ ਨ ਦੇ ਚੁਰੂ ਭਰ ਪਾਨੀ, ਤਿਹ ਨਿੰਦਾ ਹੈ ਜੇ ਗੰਗਾ ਆਨੀ। ਊਠਤ ਬੈਠਤ ਕੁਟਿਲਤਾ ਚੱਲ ਹੈ, ਆਪ ਗਏ ਔਰਨ ਹੂ ਘੱਲ ਹੈ। ਉੱਠਦਿਆਂ ਬਹਿੰਦਿਆਂ ਜਿੱਥੇ ਬਹਿੰਦੇ ਨੇ ਉਲਟ ਗੱਲਾਂ ਹੀ ਕਰਨੀਆਂ, ਧਰਮ ਦੇ ਉਲਟੀ ਮਖੌਲ ਉਲਟੇ ਹੀ ਚੱਲਦੇ ਨੇ, ਕੁਟਲ ਨੀਤੀਆਂ ਹੀ ਟੇਢੇ ਹੀ ਚੱਲਦੇ ਨੇ। ਆਪ ਤੇ ਗਏ ਗੁਜਰੇ ਨੇ ਧਰਮ ਵੱਲੋਂ, ਵਾਹਿਗੁਰੂ ਦੀ ਬੰਦਗੀ ਕਰ। ਦੂਜਿਆਂ ਨੂੰ ਵੀ ਜਿਹੜੇ ਕੋਈ ਮਾੜੇ ਮੋਟੇ ਜੁੜੇ ਹੁੰਦੇ ਜਾ ਕੇ ਉਹ ਵਿੱਚ ਬਹਿ ਜਾਣ, ਅਸਰ ਉਹਨਾਂ 'ਤੇ ਵੀ ਪਾ, ਉਹਨਾਂ ਨੂੰ ਵੀ ਬੇਮੁਖ ਬਣਾ ਦਿੰਦੇ ਨੇ। ਆਪ ਗਏ ਔਰਨ ਹੂ ਘੱਲ ਹੈ, ਛਾੜ ਕੋ ਚਰਚਾ ਆਨ ਨਾ ਜਾਣੈ। ਖੋਟੀ ਚਰਚਾ ਕਰਨੀ ਛੱਡ, ਇਹ ਤੋਂ ਸਿਵਾਏ ਔਰ ਨਾ ਹੋਰ ਕੁਝ ਜਾਣਦੇ ਹੀ ਨਹੀਂ। ਧਰਮ ਦੀ ਗੱਲ ਕਰਨੀ, ਨਾਮ ਦੀ ਗੱਲ ਕਰਨੀ, ਵਾਹਿਗੁਰੂ ਦੀ ਸਿਫਤ ਸਲਾਹ ਕਰ। ਛਾੜ ਕੋ ਚਰਚਾ ਆਨ ਨਾ ਜਾਣੈ, ਬ੍ਰਹਮਾ ਹੂ ਕੋ ਕਹਿਓ ਨਾ ਮੰਨੈ। ਬ੍ਰਹਮੇ ਨੇ ਵੇਦ ਉਚਾਰਨ ਕੀਤੇ, ਉਹਨਾਂ ਗਿਆਨ ਕਿਹਾ ਹੋਇਆ ਵੀ ਨਹੀਂ ਮੰਨਦੇ, ਕਹਿੰਦੇ ਝੂਠੇ ਨੇ। ਸੋ ਐਸੇ ਜਿਹੜੇ ਲੋਕ, ਐਸੇ ਲੋਗਨ ਸਿਓ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ। ਕਹਿੰਦੇ ਕੋਈ ਅਸਰ ਨਹੀਂ ਪੈਂਦਾ। ਕੀ ਕਹਿਣਾ ਇਹਨਾਂ ਨੂੰ ਉਪਦੇਸ਼, ਸਾਖਤ ਸਿਉ ਭੂਲ ਨਹੀਂ ਕਹੀ ਹੈ। ਇਹ ਵੀ ਬਚਨ ਆਉਂਦੇ ਨੇ, ਭੁੱਲ ਕੇ ਉਪਦੇਸ਼ ਨਾ ਦੇਵੇ ਸਾਖਤ ਨੂੰ। ਕਿਹਾ ਸੀ ਅਵਰਨ ਹਸਤਾਪ ਹੈ ਕਾਨੇ। ਅਵਰ ਦੂਜਿਆਂ ਨੂੰ ਮਖੌਲ ਕਰਦੇ ਹੈ ਕਿ ਧਰਮ ਦੀ ਗੱਲ ਕਹਿ ਦੇਵੇ, ਕਹਿੰਦੇ ਤੁਹਾਡੀ ਪੂਛ ਫੜ ਕੇ ਲੰਘ ਜਾਵਾਂਗੇ, ਅਸੀਂ ਵੀ ਪਾਰ ਹੋ ਜਾਵਾਂਗੇ, ਸਾਨੂੰ ਲੋੜ ਨਹੀਂ ਕੋਈ ਕੁਝ ਕਰਨ ਦੀ। ਆਪ ਅਵਰਨ ਹਸਤ ਆਪ ਹੈ ਕਾਨੇ, ਆਪ ਕਾਣੇ ਨੇ, ਆਪ ਕੋਈ ਕਰਮ ਛੱਡਿਆ ਨਹੀਂ ਕਰਨ ਵੱਲੋਂ। ਤਿੰਨ ਕੋ ਦੇਖ ਕਬੀਰ ਲਿਜਾਨੇ। ਭਗਤ ਕਬੀਰ ਸਾਹਿਬ ਜੀ ਦੇ ਸਾਨੂੰ ਤੇ ਉਹਨਾਂ ਲੋਕਾਂ ਨੂੰ ਦੇਖ ਸ਼ਰਮ ਆਉਂਦੀ, ਅਸੀਂ ਤਾਂ ਦੂਰੋਂ ਪਾਸਾ ਵੱਟਦੇ ਹਾਂ। ਲੱਜਾਨੇ, ਸ਼ਰਮ ਆਉਂਦੀ, ਲੱਜਾ ਆਉਂਦੀ ਹੈ। ਮਹਾਰਾਜ ਨੇ ਪੁੱਛਿਆ ਭਾਈ ਬਾਲੇ ਨੇ, ਮਹਾਰਾਜ ਐਸ ਕਿਰਪਾ ਹੋ ਸਕਦੀ? ਮਹਾਰਾਜ ਕਹਿੰਦੇ ਨਹੀਂ, ਜੇ ਵਾਹਿਗੁਰੂ ਹਾਂ ਕਰ ਦੇਵੇ, ਕੋਈ ਕਰਮ ਆ ਜੇ ਚੰਗਾ ਤੇ ਬਖਸ਼ੇ ਜਾ ਸਕਦੇ, ਉਹ ਬਖਸ਼ ਦੇਵੇ ਤਾਂ। ਮਹਾਰਾਜ ਨੇ ਵੀ ਕਿਹਾ ਸੀ ਸੱਚੇ ਪਾਤਸ਼ਾਹ ਕਲਗੀਧਰ, ਏਕ ਮਦੀ ਦੂਜੈ ਤਰਨ ਤੀਜੈ, ਤ ਧਨ ਤਹਾਮ। ਪਾਪ ਕਰੇ ਬਿਨ ਨਾਮ ਬਚੈ, ਬਚੈ ਬਚਾਵੈ ਰਾਮ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਦਸਮ ਗ੍ਰੰਥ। ਏਕ ਮਦੀ ਦੂਜੈ ਤਰਨ, ਇੱਕ ਨਸ਼ਾ ਪੀਤਾ ਹੋਇਆ ਹੈ,
ਚੋਰਾਂ ਜਾਰਾਂ ਰੰਡੀਆਂ ਕੁਟਣੀਆਂ ਦੀ ਬਾਣ ਵਾਲੀ ਭਾਵ। ਇੱਕ ਨਸ਼ਾ ਪੀਤਾ ਹੋਇਆ, ਦੂਜਾ ਏਕ ਮਦੀ, ਦੂਜਾ ਤਰਨ, ਦੂਜੀ ਜ਼ੁਬਾਨ ਅਵਸਥਾ ਹੋਵੇ। ਤੀਜਾ ਤਾਂ ਧਨ ਧਾਮ, ਤੀਜਾ ਬਹੁਤਾ ਧਨ ਕੋਲੇ ਹੋਵੇ, ਘਰ ਵਿੱਚ ਅਮੀਰੀ ਹੋਵੇ, ਜੇਬ ਹਰ ਵੇਲੇ ਭਰੀ ਰਵੇ ਮਾਇਆ ਨਾਲ, ਵਾਧੂ ਮਾਇਆ ਹੋਵੇ। ਪਾਪ ਕਰੇ ਬਿਨ ਨਾਮ ਬਚੈ, ਪਾਪ ਕਰੇ ਤੋਂ ਬਿਨਾਂ ਬਚ ਨਹੀਂ ਸਕਦਾ ਉਹ ਮਨੁੱਖ। ਬਚਾ ਇੱਕੋ ਇੱਕੋ ਪਾਪ ਬਚਾ ਤਾਂ ਬਚ ਸਕਦਾ, ਹੋਰ ਕੋਈ ਜੇ ਬਚਾਵੈ ਰਾਮ, ਜੇ ਆਪ ਉਹ ਬਚਾ ਲਵੇ, ਚੰਗਾ ਕਰਮ। ਨਹੀਂ ਤੇ ਮਹਾਰਾਜ ਕਹਿੰਦੇ ਭਾਈ ਬਾਲਿਆ, ਗਦਹੋ ਚੰਦਨ ਖੌਲੀਐ ਭੀ ਸਾਹੂ ਸਿਓ ਪਾਣ। ਗਧਾ ਹੁੰਦਾ ਖੋਤਾ, ਉਹਦਾ ਸੁਭਾਅ ਹੁੰਦਾ ਵੀ ਰੂੜੀਆਂ ਤੇ ਗੋਹੇ ਦੇ ਵਿੱਚ, ਸੁਆਹ ਦੇ ਵਿੱਚ ਹੀ ਲਿਟਣਾ ਹੈ। ਖਰ ਖੇ ਹੀ ਪਾਉਂਦਾ ਆਪਣੇ ਉੱਪਰ, ਖੁਸ਼ ਰਹਿੰਦਾ ਖੇ ਪਾ ਕੇ, ਲਿਬੜ ਕੇ, ਗੰਦਾ ਹੋ ਕੇ। ਗਦਹੋ ਚੰਦਨ ਖੌਲੀ, ਜੇ ਗਧੇ ਨੂੰ ਭਲਾ ਚੰਦਨ ਘਸਾ ਦਈਏ, ਖੌਲੀਆ ਦਾ ਭਾਵ ਹੈ ਘਸਾ ਦਈਏ, ਉਹਦੇ ਚੰਦਨ ਮਲ ਦਈਏ, ਮਲ ਮਲ ਕੇ ਪੂਰੀ ਖੁਸ਼ਬੂਈ ਉਹਦੇ ਵਿੱਚ ਆਉਣ ਲਾ ਦਈਏ, ਸਭ ਮੈਲ ਕੱਢ ਕੇ। ਭੀ ਸਾਹੂ ਸਿਓ ਪਾਣ, ਫੇਰ ਵੀ ਉਹ ਸਾਹੂ ਸਵਾਹ ਦੇ ਨਾਲ ਹੀ, ਸਵਾਹ ਹੀ ਪਾਵੇਗਾ ਆਪਣੇ ਨਾਲ। ਸਵਾਹ ਜਿੱਥੇ ਹੋਊਗੀ, ਰੂੜੀ ਹੋਵੇਗੀ, ਉੱਥੇ ਹੀ ਪਹੁੰਚੇਗਾ, ਉੱਥੇ ਲਿਟੇਗਾ ਜਾ ਕੇ। ਉਹਦੇ ਨਾਲ ਹੀ ਉਹਦਾ ਸਵਾਹ ਪਾਉਣ ਵਾਲਾ ਸੁਭਾਅ ਹੀ ਰਵੇ। ਪਾਣ ਭੀ ਸਾਹੂ ਸਿਓ ਪਾਣ, ਉਹ ਨਹੀਂ ਜਾਵੇਗਾ, ਆਦਤਾਂ ਨਹੀਂ ਜਾਣਗੀਆਂ। ਕਰਮਾਂ ਦਾ ਫਲ ਐਸਾ ਹੈ, ਕਰਮ ਸੋ ਪ੍ਰਬਲ ਨੇ, ਲੇਖ ਪਏ ਕਰਕੇ ਭੋਗਣੇ ਪੈਂਦੇ ਨੇ, ਕੋਈ ਅਸਰ ਨਹੀਂ। ਚੰਦਨ ਚੋਆ ਚੰਦਨ ਪਰ ਹਰੈ, ਖਰ ਖੇਹ ਪਲਟੈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕੁੱਤਾ ਰਾਜ ਬਾਹਲੀਐ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਈਐ ਵੇਹ ਮੁੱਖੋ ਸੱਟੈ। ਚੋਆ ਚੰਦਨ ਪਰ ਹਰੈ, ਖਰ ਖੇਹ ਪਲਟੈ। ਪੱਥਰ ਹੱਠ ਨਾ ਮੂਲ, ਪੱਥਰ ਹੱਠ ਮਨ ਹੱਠ ਨਾ ਘਟਈ। ਸੋ ਪੱਥਰ ਨੂੰ ਭਾਵੇਂ ਪਾਣੀ ਵਿੱਚ ਰੱਖ ਦਈਏ, ਉਹਦਾ ਵੀ ਕਠੋਰ ਪੂਰਾ ਨਹੀਂ ਘਟਦਾ ਹੈ। ਇਵੇਂ ਜਿਹੜੇ ਨੇ ਚੋਆ ਚੰਦਨ ਪਰ ਹਰੈ, ਖਰ ਖੇਹ ਪਲਟੈ। ਚੰਦਨ ਦਾ ਚੋਆ ਚੁਆਇਆ ਹੋਇਆ, ਖੁਸ਼ਬੂਦਾਰ ਗਧੇ ਦੇ ਉੱਪਰ ਲਾਇਆ ਹੋਇਆ, ਉਹਨੂੰ ਦੂਰ ਕਰਕੇ ਖੇਹ ਦੇ ਵਿੱਚ ਹੀ ਪਲਟੇ ਮਾਰਦਾ ਹੈ, ਖੇਹ ਮਲਦਾ ਆਪਣੇ। ਐਸਾ ਸੁਭਾਅ ਹੋ ਜਾਂਦਾ ਉਹਨਾਂ ਲੋਕਾਂ ਦਾ, ਉਹ ਸੁਧਰ ਨਹੀਂ ਸਕਦੇ। ਨਾਨਕ ਕੂੜਾ ਕੱਤਿਆ, ਕੂੜਾ ਤਣੀਐ ਤਾਣ। ਮਹਾਰਾਜ ਜੀ ਕਹਿੰਦੇ ਸਭ ਕੁਝ ਕੀਤਾ ਝੂਠਾ ਹੁੰਦਾ ਉਹਨਾਂ ਦਾ, ਕੱਤਣਾ ਵੀ ਕੂੜਾ ਹੁੰਦਾ। ਕੱਤਿਆ ਉਹਨਾਂ ਨੂੰ ਸਮਝਾਈਏ, ਇਹ ਕੱਤਣਾ ਹੈ। ਸੋ ਕੂੜਾ ਤਣੀਐ ਤਾਣ, ਉਹਨਾਂ ਵਾਸਤੇ ਕੋਈ ਤਾਣ ਬਲ ਲਾਈਏ ਵੀ ਇਹ ਸੁਧਰ ਜਾਣਗੇ, ਮੁੜ ਆਉਣਗੇ। ਨਹੀਂ, ਕਰਮਾਂ ਦਾ ਫਲ ਹੈ, ਲੇਖ ਪਏ ਹੁੰਦੇ। ਇਹ ਤਾਣਾ ਤਾਣਨਾ ਹੈ, ਕਈ ਤਰ੍ਹਾਂ ਦਾ ਤਾਣ ਬਲ ਲਾਉਣਾ, ਜਿਹੜੇ ਯਤਨ ਕਰਨੇ ਆ, ਪਾਸਿਓਂ ਪ੍ਰੇਰ ਕੇ ਕਰਨੇ ਆ, ਕਿਸੇ ਦੇ ਰਾਹੀਂ ਕੋਈ ਲਾਲਚ ਦੇ ਕੇ, ਤਾਂ ਵੀ ਨਹੀਂ ਸੁਧਰਦੇ। ਨਾਨਕ ਕੂੜਾ ਕੱਤਿਆ, ਕੂੜਾ ਤਣੀਐ ਤਾਣ। ਕੂੜਾ ਕੱਪੜ ਕਛੀਐ, ਕੂੜਾ ਪਹਿਨਣ ਮਾਣ। ਕੂੜਾ ਹੀ ਕੱਪੜਾ ਜਿਹੜਾ ਹੈ, ਜੁਲਾਹਾ ਜਿਹੜਾ ਪਹਿਲਾਂ ਸੋ ਕੱਤਦਾ ਫਿਰ ਤਣਦਾ। ਜੁਲਾਹਾ ਜਿਹੜਾ ਹੱਥੀਂ ਬਣਾਉਣ ਵਾਲਾ ਬਸਤਰ, ਸੂਤ ਆਦਿਕ ਬੁਣਨ ਵਾਲਾ। ਕੂੜਾ ਕੱਪੜ ਕਛੀ। ਫਿਰ ਕੱਪੜ ਨੂੰ, ਕੱਪੜੇ ਬਣ ਜਾਂਦੇ, ਫਿਰ ਮਿੰਦਾ ਹੁੰਦਾ ਸੀ, ਤਾਣੀ ਬਣ ਜਾਂਦੀ ਸੀ ਜਦੋਂ। ਸੋ ਸੂਤ 60 72 ਪੁਰੀਆ ਏਕ ਤਨਾਈ। ਉਹ ਸੋ ਤਾਣੀ ਪੂਰੀ ਜਿਹੜੀ, ਫਿਰ ਉਹਨੂੰ ਮਿਣਦਾ ਹੁੰਦਾ ਸੀ। ਕੱਛੀ ਹੈ ਦਾ ਭਾਵ ਮਿਣੀ ਹੈ, ਕੂੜਾ ਹੀ ਮਿਣਨਾ ਹੁੰਦਾ ਹੈ। ਫਲ ਦਾ ਜਿਹੜਾ ਫਲ ਰੱਖਣਾ ਵੀ ਬਣ ਜਾਵੇਗਾ, ਇਹ ਸੁਧਰ ਜਾਵੇਗਾ, ਇਹਦੇ 'ਤੇ ਵੀ ਇਉਂ ਕਿਰਪਾ ਹੋ ਜਾਵੇਗੀ। ਇਹ ਜਿਹੜਾ ਫਲ ਰੱਖਣਾ ਨਾ, ਕੱਛੀ ਹੈ, ਮਿਣਨਾ ਹੈ, ਮਨ ਵਿੱਚ ਮਿਣਤੀਆਂ ਕਰਨੀਆਂ, ਇਹ ਵੀ ਝੂਠਾ ਹੀ ਹੈ। ਕੂੜਾ ਪਹਿਨਣ ਮਾਣ, ਅਤੇ ਜਿਹੜਾ ਕੱਪੜਾ ਬਣਾ ਕੇ ਪਹਿਨਣਾ ਵੀ ਫਬੇਗਾ, ਬੜੇ ਫਬਾਂਗੇ, ਬਣਿਆ ਹੀ ਨਹੀਂ, ਗੱਲਾਂ ਝੂਠੀ, ਫਿਰ ਮਾਣ ਵੀ ਝੂਠਾ। ਕਈ ਵਾਰਾਂ ਅਸੀਂ ਛੇਖ ਚਿਲੀ ਵਾਂਗੂ ਕਿਸੇ ਦੇ ਪ੍ਰਤੀ ਸੋਚਦੇ ਬਹੁਤ ਕੁਝ ਬਣਾ ਲੈਂਦੇ ਹਾਂ, ਪਰ ਮਹਾਰਾਜ ਜੀ ਕਹਿੰਦੇ ਝੂਠਾ ਹੈ। ਜਿੰਨਾ ਚਿਰ ਕਰਮ ਸਾਥ ਨਾ ਦੇਣ, ਇਹ ਉਹਨਾਂ ਦਾ ਸੁਧਰਨਾ ਬੜਾ ਔਖਾ ਹੈ। ਗਧੇ ਵਾਲੀ ਹਾਲਤ ਹੁੰਦੀ ਹੈ।
ਗਦਹੋ ਚੰਦਨ ਖੌਲੀਐ ਭੀ ਸਾਹੂ ਸੁਪਾਣ। ਸੋ ਜਿਵੇਂ ਉਹ ਤੇ ਅਸਰ ਨਹੀਂ ਪੈਂਦਾ, ਇਵੇਂ ਕੋਈ ਅਸਰ ਨਹੀਂ ਛੇਤੀ ਪੈਂਦਾ। ਭਗਤ ਕਬੀਰ ਸਾਹਿਬ ਜੀ ਨੇ ਤਾਂ ਕਹਿੰਦੇ ਸਾਖਤ ਸਿਉ ਭੂਲ ਨਹੀਂ ਕਹੀ ਹੈ, ਭੁੱਲ ਕੇ ਵੀ ਨਹੀਂ ਕਹਿਣਾ ਚਾਹੀਦਾ। ਭਾਵੇਂ ਸਤਿਗੁਰੂ ਸਮਰੱਥ ਨੇ, ਜੋ ਚਾਹੁਣ ਕਰ ਸਕਦੇ ਆ, ਪਰ ਸਤਿਗੁਰੂ ਨੇ ਕਰਮਾਂ ਦਾ ਬਲ ਇੱਥੇ ਪ੍ਰਵਾਨ ਕੀਤਾ ਹੈ, ਮੰਨਿਆ ਹੈ। ਭਾਵੇਂ ਕਿ ਆਪ ਜੀ ਨੇ ਵੱਡਿਆਂ ਵੱਡਿਆਂ 'ਤੇ ਮਿਹਰ ਕੀਤੀ, ਪਾਪੀਆਂ ਦਾ ਸੁਧਾਰ ਕੀਤਾ ਹੈ। ਸਤਿਗੁਰੂ ਸਮਰੱਥ ਆ, ਕਰਮ ਸਤਿਗੁਰੂ ਦੇ ਅੱਗੇ ਕੁਝ ਨਹੀਂ, ਬਲਵਾਨ ਨਹੀਂ ਹਨ। ਪਰ ਜੋ ਵਾਹਿਗੁਰੂ ਦੀ ਨੇਤ ਆ, ਲੇਖ ਪਏ ਹੋਏ ਨੇ, ਜਿਵੇਂ ਕਿਤੇ ਕਿਤੇ ਵੀ ਲਿਖਿਆ, ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਜੋ ਕਰਤਾਰ ਨੇ ਪਾਲਿਆ ਉਹ ਮਿਟਦਾ ਨਹੀਂ ਹੈ। ਵਿਦਵਾਨ ਕਹਿੰਦੇ ਭੋਗੇ ਬਿਨ ਭਾਗਾ ਨਹੀਂ ਕਰਮਗਤੀ ਬਲਵਾਨ। ਪਰ ਸਤਿਗੁਰੂ ਸਮਰੱਥ ਹੈ। ਜੇ ਕਹਿ ਦਈਏ ਸਤਿਗੁਰੂ ਦੇ ਅੱਗੇ ਵੀ ਅੜ ਜਾਣ, ਅੜ ਨਹੀਂ ਸਕਦੇ। ਜੇ ਚਾਹੁਣ ਤਾਂ, ਮਿਹਰ ਕਰ ਦੇਣ ਤਾਂ। ਕਿਆ ਨਾਨਕ ਬਖਸ਼ੇ ਬਖਸ਼ੀ ਹੈ, ਪਿੱਛੇ ਵੀ ਕਿਹਾ ਸੀ, ਨਾ ਹੀ ਤਾਂ ਪਾਹੀ ਪਾਹੇ। ਉਹ ਬਖਸ਼ ਲਵੇ ਤੇ ਬਖਸ਼ੇ ਜਾਂਦੇ ਨੇ, ਤੇ ਸਤਿਗੁਰੂ ਉਹਦਾ ਹੀ ਰੂਪ ਨੇ। ਇਸ ਕਰਕੇ ਕਿਹਾ ਸੀ, ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਸਿੰਘ ਸਰਨ ਕਤ ਜਾਈਐ ਜਬ ਜੰਬਕ ਗਰਾਸੈ। ਇਹ ਅਰਦਾਸ ਕਰਨ ਦਾ ਸੋਹਣਾ ਤਰੀਕਾ ਦੱਸਿਆ ਭਗਤ ਜਨਾਂ ਨੇ। ਸਤਿਗੁਰੂ ਸਮਰੱਥ ਨੇ, ਆਪ ਜੀ ਨੇ, ਤੇ ਵੱਡੇ ਵੱਡੇ ਭਾਵੇਂ ਰਾਖਸ਼, ਠੱਗ, ਚੋਰ, ਭੂਮੀਏ ਵਰਗੇ, ਪਿੱਛੇ ਹੀ ਆਪਾਂ ਵਿਚਾਰ ਕੀਤੀ ਸੀ। ਸੱਜਣ ਵਰਗੇ ਠੱਗ ਉੱਤੋਂ ਸੱਜਣ ਸਨ, ਜ਼ਾਲਮ। ਸੋ ਜ਼ਾਲਮ ਬਾਦਸ਼ਾਹ ਵੱਡੇ ਵੱਡੇ ਪਾਪੀ ਲੋਕਾਂ ਦਾ ਸੁਧਾਰ ਕਰ ਦਿੱਤਾ, ਉਹਨਾਂ ਨੂੰ ਸੁਧਾਰ ਦਿੱਤਾ। ਵੱਡੇ ਵੱਡੇ ਰਾਜਿਆਂ ਨੂੰ, ਕਾਰੂ ਵਰਗਿਆਂ ਨੂੰ, ਜਿਹੜੇ ਨਿਰਦੈ ਸਨ। ਸਤਿਗੁਰੂ ਚਾਹੁਣ ਤੇ ਸਭ ਕੁਝ ਹੋ ਜਾਂਦਾ। ਪਰ ਇੱਥੇ ਕਰਮਾਂ ਦਾ ਕੁਝ ਕਥਨ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ, ਕਲਯੁੱਗ ਦੇ ਜੀਵਾਂ ਦੀ ਆਣ ਬਾਦ ਆਦਤਾਂ ਬਾਣ ਉਹ ਬਿਆਨ ਕਰ ਰਹੇ ਨੇ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਨਾਨਕ ਕੂੜਾ ਕੱਤਿਆ ਕੂੜਾ ਤਣੀਐ ਤਾਣ। ਕੂੜਾ ਕੱਪੜ ਕਛੀਐ ਕੂੜਾ ਪਹਿਨਣ ਮਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਜ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਾਰ ਨਾਲੇ। ਹਾਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੁ ਸੰਤਹੁ। ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਤਹਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਹਮ ਅਰਦਾਸ ਜੀਉ ਪਿੰਡ ਤੇਰੀ ਰਾਸ, ਹਮ ਬਾਰਕ ਤੇਰੇ ਕਿਰਪਾ ਮੈਂ ਸੁਖ ਕਨੇਰੇ। ਤੁਮਰਾ ਅੰਤ ਉੱਚਾ ਭਗਵੰਤ, ਸੂਤਰ ਧਾਰੀ ਸੁਆਗਿਆਕਾਰੀ। ਤੁਮੀ ਜਾਣੀ ਸਦਾ ਕੁਰਬਾਨੀ।
अकाल की तभी चलायो पंथ, गुरु मान्यो ग्रंथ, प्रगट गुरां की दे, खोज शब्द में ले, आकी रहे न कोय, बचे शरण जोए, चढ़े सुतरे पार, गुर पार उतारनहार, कलगी सो है शीस, गुर कलगी धर जगदीश, गुर कलगी धर जगदीश। सत श्री अकाल। खालसा वाहिगुरू जी की फतेह। धन सतगुर। ਵਾਹਿਗੁਰੂ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਓਟ ਪਰਾਧੀ ਤਰਿਆ ਏ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਤੇ ਫਿਰ ਗਰਭਾਸ ਨਾ ਪਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਹਉ ਹਰਿ ਕੈ ਸਦ ਬਲਿਹਾਰਣਾ, ਜੇਤੋ ਸੇਵਿਆ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹਾ, ਹਉਮੈ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਏ ਅਨ, ਆਪੇ ਬਖਸ਼ ਕਰੇ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ, ਤਿਨ ਨਿਜ ਘਰ ਵਾਸ ਹੈ। ਜੁਗ ਜੁਗ ਸੋਭਾ ਹੋਏ। ਪੌੜੀ। ਤੂੰ ਕਰਨ ਕਾਰਣ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨ ਕੋਈ। ਤੁਧ ਆਪੇ
ਸਿਸਟ ਸਿਰਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।